ਵਾਹਿਗੁਰੂ ਸਾਹਿਬ ਜੀ। ਜਾਰਤ ਕਰ ਮੁਲਤਾਨ ਦੀ, ਫਿਰ ਕਰਤਾਰਪੁਰੇ ਨੂੰ ਆਇਆ। ਚੜ੍ਹੇ ਸਵਾਈ ਦੇਹ ਦਿਹੀ, ਕਲ ਜੁਗ ਨਾਨਕ ਨਾਮ ਧਿਆਇਆ। ਵਿਣ ਨਾਵੈ ਹੋਰ ਮੰਗਣਾ, ਸਿਰ ਦੁੱਖਾਂ ਦੇ ਦੁੱਖ ਸਬਾਇਆ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਥਾਪਿਆ ਲਹਿਣਾ ਜੀਵਨ ਦੇ, ਗੁਰਿਆਈ ਸਿਰ ਛਤਰ ਫਿਰਾਇਆ। ਜੋਤੀ ਜੋਤ ਮਿਲਾਏ ਕੈ, ਸਤਿਗੁਰ ਨਾਨਕ ਰੂਪ ਵਟਾਇਆ। ਲਖ ਨ ਕੋਈ ਸਕਈ, ਆਚਰਜੇ ਆਚਰਜ ਦਿਖਾਇਆ। ਕਾਇਆ ਪਲਟ ਸਰੂਪ ਬਣਾਇਆ, ਕਾਇਆ ਪਲਟ ਸਰੂਪ ਬਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਪਹਿਲੀ ਵਾਰ ਦੀ 45ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਮੁਲਤਾਨ ਗਏ। ਮੁਲਤਾਨ ਦੇ ਵਿੱਚ ਬਹੁਤ ਸਾਰੇ ਪੀਰ ਸਨ। ਦੁੱਧ ਦਾ ਕਟੋਰਾ ਛੰਨਾ ਭਰ ਕੇ ਮਹਾਰਾਜ ਦੇ ਅੱਗੇ ਕੀਤਾ, ਇਹ ਦੱਸਣ ਵਾਸਤੇ ਮੁਲਤਾਨ ਪਹਿਲਾਂ ਹੀ ਪੀਰਾਂ ਦੇ ਨਾਲ ਭਰਿਆ ਹੋਇਆ ਹੈ। ਸੱਚੇ ਪਾਤਸ਼ਾਹ ਨੇ ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ। ਮਹਾਰਾਜ ਨੇ ਚੰਬੇਲੀ ਦਾ ਫੁੱਲ ਦੁੱਧ ਦੇ ਵਿੱਚ ਉੱਤੇ ਰੱਖ ਦਿੱਤਾ। ਫੁੱਲ ਤਰਨ ਲੱਗ ਪਿਆ, ਸੁਗੰਧੀ ਆਈ। ਸੱਚੇ ਪਾਤਸ਼ਾਹ ਨੇ ਜਿਵੇਂ ਉਹਨਾਂ ਨੇ ਦੁੱਧ ਦਾ ਕਟੋਰਾ ਅੱਗੇ ਭਰ ਕੇ ਕੀਤਾ ਸੀ, ਇਹ ਦੱਸਣ ਲਈ ਇੱਥੇ ਜਗ੍ਹਾ ਨਹੀਂ। ਮੁਲਤਾਨ ਪਹਿਲਾਂ ਹੀ ਪੀਰਾਂ ਦੇ ਨਾਲ ਭਰਿਆ ਹੋਇਆ ਹੈ। ਮਹਾਰਾਜ ਨੇ ਉਸੇ ਤਰ੍ਹਾਂ ਜਵਾਬ ਦਿੱਤਾ ਕਿ ਅਸੀਂ ਤਾਂ ਭਗਤੀ ਨਾਮ ਦੀ ਸੁਗੰਧੀ ਬਿਖੇਰਨ ਆਏ ਹਾਂ। ਜਿਵੇਂ ਇਹ ਚੰਬੇਲੀ ਦਾ ਫੁੱਲ ਦੁੱਧ ਦੇ ਉੱਤੇ ਤਰਦਾ ਪਿਆ ਹੈ, ਦੁੱਧ ਡੁੱਲਣ ਨਹੀਂ ਦਿੱਤਾ, ਕਿਸੇ ਨੂੰ ਦੁੱਖ ਨਹੀਂ ਅਸੀਂ ਦੇਣਾ। ਅਸੀਂ ਤਾਂ ਨਾਮ ਬਾਣੀ ਦੀ ਸੁਗੰਧੀ ਬਿਖੇਰਨ ਵਾਸਤੇ ਇੱਥੇ ਆਏ ਹਾਂ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਮੁਲਤਾਨ ਦੇ ਪੀਰਾਂ ਦੇ ਨਾਲ ਗੱਲਬਾਤ ਹੋਈ। ਕਈ ਸਵਾਲ ਜਵਾਬ ਉਹਨਾਂ ਨੇ ਕੀਤੇ। ਸੱਚੇ ਪਾਤਸ਼ਾਹ ਨੇ ਸਾਰਿਆਂ ਦੇ ਜਵਾਬ ਦਿੱਤੇ। ਮੁਲਤਾਨ ਦੇ ਪੀਰ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਝੁਕ ਗਏ। ਆਓ
ਇਸ ਤੋਂ ਅੱਗੇ ਭਾਈ ਗੁਰਦਾਸ ਸਾਹਿਬ ਜੀ ਕਥਨ ਕਰ ਰਹੇ ਹਨ। ਜਾਰਤ ਕਰ ਮੁਲਤਾਨ ਦੀ, ਫਿਰ ਕਰਤਾਰਪੁਰੇ ਨੋ ਆਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਮੁਲਤਾਨ ਦੀ ਯਾਤਰਾ ਕਰਕੇ ਉਥੋਂ ਦੇ ਪੀਰਾਂ ਨੂੰ ਜੋ ਜੋ ਸਵਾਲ ਕੀਤਾ ਉਹਨਾਂ ਦੇ ਜਵਾਬ ਦੇ ਕੇ, ਉਹਨਾਂ ਦੀ ਨਿਸ਼ਾ ਕਰਾ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਨੂੰ ਆ ਗਏ। ਰਾਵੀ ਦੇ ਕੰਢੇ 'ਤੇ ਜਿਹੜਾ ਇਹ ਸਤਿਗੁਰੂ ਨੇ ਨਗਰ ਵਸਾਇਆ ਕਰਤਾਰਪੁਰ, ਮਹਾਰਾਜ ਇੱਥੇ ਆ ਗਏ। ਚੜ੍ਹੇ ਸਵਾਈ ਦੇਹ ਦਿਹੀ, ਕਲ ਜੁਗ ਨਾਨਕ ਨਾਮ ਧਿਆਇਆ। ਪਿੱਛੇ ਵੀ ਆਪਾਂ ਸਰਵਣ ਕਰ ਚੁੱਕੇ ਹਾਂ, ਕਰਤਾਰਪੁਰ ਸਾਹਿਬ ਸੱਚੇ ਪਾਤਸ਼ਾਹ ਨੇ ਮਰਿਆਦਾ ਕਾਇਮ ਕੀਤੀ, ਧਰਮਸ਼ਾਲਾ ਕਾਇਮ ਕੀਤੀ। ਅੰਮ੍ਰਿਤ ਵੇਲੇ ਦੀਵਾਨ ਸਜਦਾ ਹੈ, ਸੰਧਿਆ ਦਾ ਦੀਵਾਨ ਸਜਦਾ ਹੈ, ਦਿਨੇ ਗੁਰੂ ਕੇ ਸਿੱਖ ਖੇਤਾਂ ਵਿੱਚ ਕੰਮ ਕਰਦੇ ਹੈ। ਸੱਚੇ ਪਾਤਸ਼ਾਹ ਇੱਥੇ ਲੰਗਰ ਚਲਵਾਉਂਦੇ ਹੈ, ਗੁਰੂ ਕੇ ਸਿੱਖ ਭਾਵਨਾ ਨਾਲ ਸੇਵਾ ਕਰਦੇ, ਬਾਣੀ ਪੜ੍ਹਦੇ ਹੈ। ਕਰਤਾਰਪੁਰ ਸਾਹਿਬ ਮਹਾਰਾਜ ਆ ਕਰਕੇ ਟਿਕ ਗਏ ਹੈ। ਚੜ੍ਹੇ ਸਵਾਈ ਦੇਹ ਦਿਹੀ, ਸਤਿਗੁਰੂ ਦੀ ਮਹਿਮਾ ਦਿਨੋਂ ਦਿਨ ਵੱਧ ਰਹੀ ਹੈ। ਕਲਯੁਗ ਨਾਨਕ ਨਾਮ ਧਿਆਇਆ। ਕਲਯੁਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪ ਪਰਮੇਸ਼ਰ ਦਾ ਨਾਮ ਧਿਆਇਆ ਹੈ, ਸਿਮਰਿਆ ਹੈ। ਸਾਰਿਆਂ ਨੂੰ ਹੀ ਵਾਹਿਗੁਰੂ ਪਰਮਾਤਮਾ ਦਾ ਨਾਮ ਸਿਮਰਨ ਕਰਨ ਲਈ ਲਾ ਦਿੱਤਾ। ਜਿਹੜਾ ਵੀ ਕੋਈ ਸਤਿਗੁਰੂ ਦੇ ਕੋਲ ਆਉਂਦਾ ਹੈ, ਮਹਾਰਾਜ ਉਸ ਨੂੰ ਨਾਮ ਜਪਣ ਦਾ ਉਪਦੇਸ਼ ਦੇ ਕੇ ਨਿਹਾਲ ਕਰਦੇ ਹੈ। ਵਿਣ ਨਾਵੈ ਹੋਰ ਮੰਗਣਾ, ਸਿਰ ਦੁੱਖਾਂ ਦੇ ਦੁੱਖ ਸਬਾਇਆ। ਜਿੰਨੀ ਵੀ ਸੰਗਤ ਸਿੱਖ ਸਤਿਗੁਰੂ ਦੇ ਕੋਲ ਆਉਂਦੇ ਹੈ, ਮਹਾਰਾਜ ਉਹਨਾਂ ਨੂੰ ਇਹ ਦੱਸਦੇ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਜੋ ਪਦਾਰਥਾਂ ਦਾ ਮੰਗਣਾ ਹੈ ਜਾਂ ਰਿੱਧੀਆਂ ਸਿੱਧੀਆਂ ਇਹਨਾਂ ਤਾਕਤਾਂ ਦਾ ਪਰਮੇਸ਼ਰ ਕੋਲੋਂ ਮੰਗਣਾ ਹੈ, ਮਹਾਰਾਜ ਕਹਿੰਦੇ ਇਹ ਪਦਾਰਥ ਅਤੇ ਇਹ ਰਿੱਧੀਆਂ ਸਿੱਧੀਆਂ ਮੰਗਣ ਦੇ ਨਾਲ ਵਧੀਕ ਤੋਂ ਵਧੀਕ ਦੁੱਖ ਹੀ ਮਿਲਦੇ ਹੈ। ਇਹਨਾਂ ਦੇ ਵਿੱਚ ਸੁੱਖ ਨਹੀਂ, ਸੁੱਖ ਤਾਂ ਪਰਮਾਤਮਾ ਦੇ ਨਾਮ ਦੇ ਵਿੱਚ ਹੈ। ਸੱਚੇ ਪਾਤਸ਼ਾਹ ਦੀ ਬਾਣੀ ਦਾ ਅਸੀਂ ਵਚਨ ਪੜ੍ਹਦੇ ਹਾਂ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਹੇ ਪਰਮੇਸ਼ਰ, ਤੇਰੇ ਤੋਂ ਬਿਨਾਂ, ਤੇਰੇ ਨਾਮ ਤੋਂ ਬਿਨਾਂ ਜੋ ਹੋਰ ਪਦਾਰਥਾਂ ਦਾ ਮੰਗਣਾ ਹੈ, ਸਿਰ ਦੁੱਖਾਂ ਕੈ ਦੁੱਖ। ਇਹ ਦੁੱਖਾਂ ਵਿੱਚੋਂ ਸ਼੍ਰੋਮਣੀ ਦੁੱਖ ਹੈ, ਕਿਉਂਕਿ ਪਦਾਰਥ, ਧਨ, ਦੌਲਤ ਇਹ ਸਾਰੇ ਦੁੱਖਾਂ ਵਿੱਚ ਤਬਦੀਲ ਹੋ ਜਾਂਦੇ ਨੇ। ਵਕਤੀ ਤੌਰ 'ਤੇ ਸਾਨੂੰ ਲੱਗਦਾ ਹੈ ਇਹ ਪਦਾਰਥ ਸਾਨੂੰ ਸੁੱਖ ਦੇ ਰਿਹਾ ਹੈ, ਪਰ ਸਮਾਂ ਆਉਣ 'ਤੇ ਉਹ ਦੁੱਖ ਦਿੰਦਾ ਹੈ। ਤੋ ਸੰਸਾਰ ਦੇ ਲੋਕਾਂ ਨੇ ਸਰੀਰ ਦੇ ਅਨੁਕੂਲ ਜੋ ਮਿਲਦਾ ਹੈ ਉਹਨੂੰ ਸੁੱਖ ਸਮਝ ਲਿਆ ਹੈ, ਜਦੋਂ ਕਿ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਸਦੀਵੀ ਸੁੱਖ ਹੈ, ਆਤਮਿਕ ਸੁੱਖ ਹੈ। ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਹੇ ਪਰਮਾਤਮਾ, ਤੂੰ ਕਿਰਪਾ ਕਰ, ਨਾਮ ਬਖਸ਼, ਸੰਤੋਖ ਹਿਰਦੇ ਵਿੱਚ ਬਖਸ਼। ਜਦੋਂ ਸੰਤੋਖ ਆ ਗਿਆ, ਫਿਰ ਸਾਰੇ ਮਨ ਦੇ ਦੁੱਖ ਦੂਰ ਹੋ ਜਾਣਗੇ, ਮਨ ਸੁਖੀ ਹੋ ਜਾਵੇਗਾ, ਮਨ ਦੀ ਭੁੱਖ ਲੈ ਜਾਏਗੀ। ਸੋ ਨਾਮ ਤੋਂ ਬਿਨਾਂ ਜੋ ਹੋਰ ਥਾਵਾਂ 'ਤੇ ਸੁੱਖ ਭਾਲਣਾ ਹੈ, ਉਹ ਅਗਿਆਨਤਾ ਦੇ ਵਿੱਚ ਭਟਕਦਾ ਹੈ। ਸੁਖ ਨਾਹੀਂ ਬਹੁਤੈ ਧਨ ਖਾਟੇ, ਸੁਖ ਨਾਹੀਂ ਪੇਖੇ ਨਿਰਤ ਨਾਟੇ, ਸੁਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਮਹਾਰਾਜ ਕਹਿੰਦੇ ਸਾਰੇ ਸੁੱਖ ਨੇ ਪਰਮੇਸ਼ਰ ਦੇ ਗੁਣ ਗਾਉਣ ਦੇ ਵਿੱਚ। ਇਸ ਲਈ ਪਦਾਰਥਾਂ ਦੇ ਵਿੱਚੋਂ ਸੁੱਖ ਨਾ ਲੱਭ, ਪਰਮਾਤਮਾ ਦਾ ਨਾਮ ਜਪ, ਤੈਨੂੰ ਸਦੀਵੀ ਸੁੱਖ ਮਿਲੇਗਾ। ਵਿਣ ਨਾਵੈ ਹੋਰ ਮੰਗਣਾ, ਸਿਰ ਦੁੱਖਾਂ ਦੇ ਦੁੱਖ ਸਬਾਇਆ। ਗੁਰੂ ਕੇ ਸਿੱਖਾਂ ਨੂੰ, ਸਮੁੱਚੀ ਲੋਕਾਈ ਨੂੰ ਸਤਿਗੁਰੂ ਨੇ ਇਹ ਦੱਸ ਦਿੱਤਾ, ਪਰਮਾਤਮਾ ਦੇ ਨਾਮ ਤੋਂ ਬਿਨਾਂ ਜੋ ਹੋਰ ਮੰਗਣਾ ਹੈ,
ਇਹ ਦੁੱਖਾਂ ਚੋਂ ਵੱਡੇ ਦੁੱਖ ਹੀ ਮਿਲਦੇ ਆ, ਭਾਵ ਦੁੱਖ ਵੱਧਦੇ ਆ, ਸੁੱਖ ਨਹੀਂ ਵੱਧਦੇ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਹੁਕਮ ਰੂਪੀ ਸਿੱਕਾ ਜਗਤ ਦੇ ਵਿੱਚ ਮਾਰਿਆ। ਸਤਿਗੁਰੂ ਦਾ ਸਿੱਕਾ ਚੱਲਿਆ। ਸਿੱਕਾ ਚੱਲਣ ਤੋਂ ਭਾਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਉਪਦੇਸ਼ ਦਿੱਤਾ, ਥਾਂ ਥਾਂ 'ਤੇ ਜਾ ਕੇ ਉਦਾਸੀਆਂ ਕੀਤੀਆਂ। ਕੋਈ ਜਗਿਆਸੂ ਆਉਂਦਾ ਹੈ, ਮਹਾਰਾਜ ਜੀ ਉਹਦੇ 'ਤੇ ਮਿਹਰ ਦੀ ਦ੍ਰਿਸ਼ਟੀ ਕਰਦੇ ਹੈ। ਫਿਰ ਜਦੋਂ ਉਹ ਨਾਮ ਸਿਮਰਨ ਬਾਣੀ ਵਿੱਚ ਲੱਗ ਕੇ ਜੀਵਨ ਦੀਆਂ ਉੱਚ ਅਵਸਥਾਵਾਂ 'ਤੇ ਪਹੁੰਚਦਾ ਹੈ, ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ ਝੁਕਦਾ ਸਦਾ ਹੀ ਮਹਾਰਾਜ ਦਾ ਧੰਨਵਾਦ ਕਰਦਾ ਹੈ। ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਅਨੇਕਾਂ ਆਏ, ਸਿੱਖੀ ਧਾਰਨ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਬਣ ਕਰਕੇ ਉਹਨਾਂ ਜੀਵਨ ਬਤੀਤ ਕੀਤਾ। ਮਾਰਿਆ ਸਿੱਕਾ ਜਗਤ ਵਿੱਚ, ਸੱਚੇ ਪਾਤਸ਼ਾਹ ਨੇ ਆਪਣਾ ਸਿੱਕਾ ਸੰਸਾਰ ਵਿੱਚ ਮਾਰਿਆ, ਭਾਵ ਚਲਾਇਆ। ਮਹਾਰਾਜ ਦਾ ਹੁਕਮ ਚੱਲਿਆ, ਨਾਨਕ ਨਿਰਮਲ ਪੰਥ ਚਲਾਇਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਹਉਮੈ ਦੀ ਮੈਲ ਤੋਂ ਰਹਿਤ, ਨਿਰਮਲ, ਜਿਹਦੇ ਵਿੱਚ ਕੋਈ ਮੈਲ ਨਹੀਂ, ਐਸਾ ਪਵਿੱਤਰ ਪੰਥ ਸਿੱਖ ਧਰਮ ਚਲਾਇਆ ਹੈ। ਜਿਹੜੀ ਮਰਿਆਦਾ ਦਿੱਤੀ ਸਤਿਗੁਰੂ ਨੇ, ਉਸ ਮਰਿਆਦਾ ਨੂੰ ਧਾਰਨ ਕਰਕੇ, ਉਸ ਮਰਿਆਦਾ ਵਿੱਚ ਰਹਿ ਕੇ, ਜੀਵਨ ਬਤੀਤ ਕਰਕੇ ਗੁਰੂ ਕੇ ਪਿਆਰੇ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੈ, ਨਿਰੰਕਾਰ ਦੇ ਦੇਸ਼ ਦੇ ਵਾਸੀ ਬਣਦੇ ਹੈ। ਸੋ ਇਹ ਨਿਰਮਲ ਪੰਥ ਹੈ, ਜਿਹਦੇ ਵਿੱਚ ਕੋਈ ਮੈਲ ਨਹੀਂ ਹੈ, ਨਾ ਹਉਮੈ ਦੀ, ਰਾਗ ਦਵੈਸ਼, ਈਰਖਾ ਦੀ ਕੋਈ ਮੈਲ ਨਹੀਂ। ਪਾਪਾਂ ਦੀ ਮੈਲ ਤੋਂ ਮੁਕਤ ਹੋ ਜਾਂਦਾ ਹੈ ਜਿਹੜਾ ਸਿੱਖੀ ਦੇ ਸੱਚੇ ਸੁੱਚੇ ਅਸੂਲਾਂ ਨੂੰ ਧਾਰਨ ਕਰ ਲੈਂਦਾ ਹੈ। ਤੋ ਸਿੱਖ ਧਰਮ ਜਿਹੜਾ ਹੈ ਇਹ ਨਿਰਮਲ ਪੰਥ ਹੈ। ਸੱਚੇ ਪਾਤਸ਼ਾਹ ਨੇ ਹੋਰ ਪੰਥਾਂ ਤੋਂ ਵੱਖਰੇ ਅਸੂਲ ਦਿੱਤੇ। ਇੱਥੇ ਲੋਕ ਸ਼ਕਤੀ ਦੀ ਪੂਜਾ ਕਰਦੇ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਸਾਡੇ ਸਿੱਖ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਣਗੇ ਤੇ ਪਰਮਾਤਮਾ ਦੇ ਅੱਗੇ ਹੀ ਝੋਲੀ ਅੱਡਣਗੇ, ਦਾਤੇ ਦੀ ਪੂਜਾ ਕਰਨਗੇ, ਦਾਤਾਂ ਦੀ ਪੂਜਾ ਨਹੀਂ। ਤਾਂ ਹੀ ਤਾਂ ਮਹਾਰਾਜ ਜਪਜੀ ਸਾਹਿਬ ਵਿੱਚ ਫਰਮਾਉਂਦੇ ਆ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ ਪਰਮੇਸ਼ਰ ਨੂੰ, ਉਹ ਤਾਂ ਆਪਣੇ ਆਪ ਦੇ ਵਿੱਚ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ, ਜਰਰੇ ਜਰਰੇ ਵਿੱਚ ਵਸਦਾ ਹੈ। ਸਿੱਖ ਉਹਦਾ ਸਿਮਰਨ ਕਰਦਾ, ਉਹਦੇ ਨਾਮ ਦਾ। ਸੋ ਮਹਾਰਾਜ ਨੇ ਇਹ ਨਿਰਮਲ ਪੰਥ ਜਿਹੜਾ ਹੈ, ਜਿੱਥੇ ਕੋਈ ਮੈਲ ਨਹੀਂ, ਸਿੱਖ ਧਰਮ ਚਲਾਇਆ ਹੈ। ਥਾਪਿਆ ਲਹਿਣਾ ਜੀਵਨ ਦੇ, ਗੁਰਿਆਈ ਸਿਰ ਛਤਰ ਫਿਰਾਇਆ। ਆਪਣੇ ਸਰੀਰ ਦੇ ਹੁੰਦਿਆਂ ਹੋਇਆਂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਬਣਾ ਕਰਕੇ ਮਹਾਰਾਜ ਨੇ ਗੁਰੂ ਸਥਾਪਿਤ ਕਰ ਦਿੱਤਾ। ਗੁਰਿਆਈ ਸਿਰ ਛਤਰ ਫਿਰਾਇਆ। ਭਾਈ ਲਹਿਣੇ ਦੇ ਸਿਰ ਦੇ ਉੱਤੇ ਗੁਰੂ ਅੰਗਦ ਦੇਵ ਬਣਾ ਕਰਕੇ ਗੁਰਿਆਈ ਦਾ ਛਤਰ ਸਿਰ ਦੇ ਉੱਤੇ ਫਿਰਾ ਦਿੱਤਾ, ਝੁਲਾ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਜੂਰ ਦੀ ਸ਼ਰਨ ਵਿੱਚ ਜਦ ਭਾਈ ਲਹਿਣਾ ਜੀ ਆਏ ਨਾ, ਭਾਈ ਜੋਧ ਦੇ ਕੋਲੋਂ ਸ਼ਬਦ ਸੁਣਿਆ ਸੀ, ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਕਾਲੀਐ। ਮੰਦਾ ਮੂਲ ਨ ਕੀਚਈ, ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਕਾਲੀਐ। ਭਾਈ ਜੋਧ ਦੇ ਕੋਲੋਂ ਜਦ ਇਹ ਸ਼ਬਦ ਸੁਣੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ, ਮਹਾਰਾਜ ਦੇ ਬਾਰੇ ਪੁੱਛਿਆ, ਇਹ ਕਿਹਨਾਂ ਦੇ ਬੋਲ ਨੇ? ਭਾਈ ਜੋਧ ਨੇ ਦੱਸਿਆ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ, ਕਰਤਾਰਪੁਰ ਸਾਹਿਬ ਹਨ। ਬੋਲਾਂ ਨੂੰ ਸੁਣ ਕੇ ਮਨ ਨੂੰ ਸ਼ਾਂਤੀ ਆਈ, ਸਕੂਨ ਮਿਲਿਆ।
ਵੀ ਮਨਾ ਉਹਦੀ ਸੇਵਾ ਕਰ ਜਿਹਦੀ ਸੇਵਾ ਕਰਨ ਦੇ ਨਾਲ ਸਦੀਵੀ ਸੁੱਖ ਮਿਲਦਾ ਹੈ। ਉਸ ਮਾਲਕ ਨੂੰ ਸਦਾ ਚੇਤੇ ਕਰਨਾ ਚਾਹੀਦਾ ਹੈ। ਤੋ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ, ਜਦੋਂ ਗੁਰੂ ਅੰਗਦ ਦੇਵ ਜੀ ਨਾਮ ਭਾਈ ਲਹਿਣਾ ਸੀ ਪਹਿਲਾਂ, ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਏ। ਅਤੇ ਆਪ ਸਭ ਜਾਣਦੇ ਹੋ, ਜਦੋਂ ਇੱਥੇ ਕਰਤਾਰਪੁਰ ਆਏ ਨਾ, ਸਤਿਗੁਰੂ ਜੀ ਸਾਥ ਦੇ ਨਾਲ ਹੀ ਮਿਲ ਕੇ ਦੇਵੀ ਦੀ ਪੂਜਾ ਲਈ ਜਾਂਦੇ ਹੁੰਦੇ ਸੀ। ਸਾਥੀਆਂ ਨੂੰ ਕਿਹਾ ਵੀ ਮੈਂ ਧਰਮਸ਼ਾਲਾ ਵਿੱਚ ਜਾਵਾਂ, ਮਹਾਰਾਜ ਦੇ ਦਰਸ਼ਨ ਕਰਾਵਾਂ। ਉਧਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਅੱਗੋਂ ਲੈਣ ਵਾਸਤੇ ਆ ਗਏ ਧਰਮਸ਼ਾਲਾ 'ਚੋਂ ਉੱਠ ਕੇ। ਭਾਈ ਲਹਿਣਾ ਜੀ ਘੋੜੀ 'ਤੇ ਨੇ। ਪਹਿਲਾਂ ਦਰਸ਼ਨ ਨਹੀਂ ਸੀ ਕੀਤੇ, ਇਸ ਲਈ ਪਛਾਣ ਨਹੀਂ ਸੀ। ਭਾਈ ਲਹਿਣਾ ਜੀ ਪੁੱਛਦੇ ਨੇ ਮਹਾਰਾਜ ਨੂੰ, ਮੈਂ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਜਾਣਾ ਹੈ ਧਰਮਸ਼ਾਲਾ ਵਿੱਚ, ਕਿੱਧਰ ਦੀ ਰਸਤਾ? ਸਤਿਗੁਰੂ ਜੀ ਕਹਿੰਦੇ ਆ ਮੈਂ ਤੈਨੂੰ ਧਰਮਸ਼ਾਲਾ ਹੀ ਲੈ ਚੱਲਦਾ ਹਾਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਅੱਗੇ ਅੱਗੇ ਤੁਰਦੇ ਨੇ, ਭਾਈ ਲਹਿਣਾ ਜੀ ਘੋੜੀ 'ਤੇ ਅਸਵਾਰ, ਅਤੇ ਇਸ਼ਾਰਾ ਕਰਕੇ ਮਹਾਰਾਜ ਧਰਮਸ਼ਾਲਾ ਵਿੱਚ ਪਹੁੰਚ ਕੇ ਕਹਿੰਦੇ ਉਹ ਸਾਹਮਣੇ ਘੋੜੀ ਬੰਨ੍ਹ ਕੇ ਅਤੇ ਧਰਮਸ਼ਾਲਾ ਵਿੱਚ ਜਾ ਕੇ ਦਰਸ਼ਨ ਕਰ ਲੈ। ਸੱਚੇ ਪਾਤਸ਼ਾਹ ਆਪ ਧਰਮਸ਼ਾਲਾ ਵਿੱਚ ਜਾ ਕੇ ਬੈਠ ਜਾਂਦੇ। ਭਾਈ ਲਹਿਣਾ ਜੀ ਜਦ ਆ ਕੇ ਮੱਥਾ ਟੇਕਦੇ ਹੈ, ਨਮਸਕਾਰ ਕਰਦੇ ਹੈ, ਸਿਰ ਉਤਾਂਹ ਚੁੱਕਦੇ ਹੈ, ਕੀ ਵੇਖਦੇ ਤਾਂ ਉਹੀ ਪੁਰਖ ਹੈ ਜਿਹੜਾ ਮੈਨੂੰ ਰਾਹ ਦੱਸਦਾ, ਇੱਥੋਂ ਤੱਕ ਲੈ ਕੇ ਆਇਆ। ਪਾਤਸ਼ਾਹ ਦੇ ਚਰਨੀ ਪੈ ਗਏ ਭਾਈ ਲਹਿਣਾ ਜੀ, ਮਹਾਰਾਜ ਮੈਥੋਂ ਭੁੱਲ ਹੋਈ, ਮੈਂ ਘੋੜੀ 'ਤੇ ਸੀ, ਤੁਸੀਂ ਪੈਦਲ, ਆਪ ਦਾ ਨਿਰਾਦਰ ਹੋਇਆ ਮੈਥੋਂ। ਗੁਰੂ ਨਾਨਕ ਸਾਹਿਬ ਜੀ ਮੁਸਕਰਾਏ। ਪਾਤਸ਼ਾਹ ਜੀ ਕਹਿੰਦੇ ਨਹੀਂ, ਕੋਈ ਨਿਰਾਦਰ ਨਹੀਂ, ਪੁਰਖਾ ਤੂੰ ਦੱਸ ਨਾਂ ਕੀ ਹੈ? ਕਹਿੰਦਾ ਲਹਿਣਾ। ਪਾਤਸ਼ਾਹ ਮੁਸਕਰਾ ਕੇ ਕਹਿੰਦੇ ਜੇ ਤੂੰ ਲੈਣਾ ਤੇ ਅਸੀਂ ਦੇਣਾ। ਮਹਾਰਾਜ ਜੀ ਕਹਿੰਦੇ ਲੈਣ ਵਾਲੇ ਘੋੜੀਆਂ 'ਤੇ ਹੀ ਚੜ੍ਹ ਕੇ ਆਉਂਦੇ ਹੈ। ਇਹ ਤਾਂ ਗੁਰੂ ਨਾਨਕ ਸਾਹਿਬ ਨੇ ਆਪਣੀ ਮੌਜ ਵਿੱਚ ਬਚਨ ਕਹੇ। ਅਤੇ ਫਿਰ ਜਦ ਭਾਈ ਲਹਿਣਾ ਜੀ ਇਸੇ ਦਰ ਦੇ ਹੋ ਕੇ ਰਹਿ ਗਏ, ਕੀ ਤੱਕਦੇ ਨੇ ਵੀ ਜਿਸ ਦੇਵੀ ਦੀ ਯਾਤਰਾ 'ਤੇ ਜਾਣਾ ਉਹ ਇੱਥੇ ਝਾੜੂ ਦਿੰਦੀ ਹੈ। ਸਾਥੀਆਂ ਨੂੰ ਕਹਿ ਦਿੱਤਾ ਨਹੀਂ, ਮੈਂ ਤਾਂ ਹੁਣ ਇਸੇ ਦਰ ਦਾ ਹੀ ਸੇਵਕ ਬਣ ਕੇ ਸੇਵਾ ਕਰਾਂਗਾ। ਐਸੀ ਘਾਲਣਾ ਘਾਲੀ, ਸੇਵਾ ਕੀਤੀ, ਐਸਾ ਹੁਕਮ ਮੰਨਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਲਹਿਣੇ 'ਤੇ ਬਹੁਤ ਪ੍ਰਸੰਨ ਹੋਏ। ਫਿਰ ਜਿਹੜੀ ਅਖੀਰਲੀ ਪਰਖ ਸਤਿਗੁਰੂ ਨੇ ਕੀਤੀ ਸੀ, ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਧਾਨਕ ਰੂਪ ਧਾਰਨ ਕਰ ਲਿਆ, ਨਾਲ ਕੁੱਤੇ ਨੇ, ਮਹਾਰਾਜ ਨੇ ਲੱਸੀ ਦੇ ਛਿੱਟੇ ਤਨ 'ਤੇ ਮਾਰ ਲਏ, ਪੁਰਾਣੇ ਵਸਤਰ ਪਾ ਲਏ, ਹੱਥ ਵਿੱਚ ਕੁਤਕਾ ਡੰਡਾ ਫੜਿਆ ਹੋਇਆ ਹੈ, ਬਾਹਰ ਜੰਗਲ ਵੱਲ ਨੂੰ ਤੁਰ ਪਏ। ਸਿੱਖ ਨਾਲ ਤੁਰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਵਰਜਦੇ ਹੈ, ਤੁਸੀਂ ਨਾਲ ਕੀ ਕਰਨ ਆਉਂਦੇ ਹੋ? ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਰੁਪਈਆਂ ਦੀ ਵਰਖਾ ਕਹੀ, ਉਹਦੇ ਵਿੱਚ ਰੁੱਝ ਗਏ। ਚਾਂਦੀ ਦੇ ਸਿੱਕਿਆਂ ਦੀ ਵਰਖਾ ਕੀਤੀ, ਫਿਰ ਸੋਨੇ ਦੇ ਸਿੱਕਿਆਂ ਦੀ ਵਰਖਾ ਕੀਤੀ। ਕਈ ਉਹਨਾਂ ਨੂੰ ਲੈ ਲੈ ਕੇ ਘਰਾਂ ਨੂੰ ਚਲੇ ਗਏ। ਅਖੀਰ ਕੁਝ ਸਿੱਖ ਗਿਣਤੀ ਦੇ ਰਹਿ ਗਏ, ਭਾਈ ਭਗੀਰਥ ਜੀ, ਬਾਬਾ ਬੁੱਢਾ ਜੀ ਅਤੇ ਆਦਿਕ ਭਾਈ ਲਹਿਣਾ ਜੀ। ਅਤੇ ਅਖੀਰ 'ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਵੀ ਕੁਤਕਾ ਮਾਰਦੇ ਹੈ, ਬੁੱਢਿਆ ਤੂੰ ਨਹੀਂ ਜਾਂਦਾ। ਸੱਚੇ ਪਾਤਸ਼ਾਹ ਘਰਾਂ ਵਾਲੇ ਘਰਾਂ ਨੂੰ ਪਰਤ ਗਏ। ਮੇਰਾ ਤਾਂ ਘਰ ਹੀ ਗੁਰੂ ਨਾਨਕ ਹੈ, ਮੈਂ ਕਿੱਥੇ ਜਾਵਾਂ? ਮਹਾਰਾਜ ਬਹੁਤ ਪ੍ਰਸੰਨ ਹੋਏ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ। ਫਿਰ ਬਾਬਾ ਬੁੱਢਾ ਸਾਹਿਬ ਜੀ ਵੀ ਪਿੱਛੇ ਟਿਕ ਗਏ। ਅਗਾਂਹ ਜੰਗਲ ਵਿੱਚ ਭਾਈ ਲਹਿਣਾ ਜੀ ਹੀ ਨਾਲ ਸਤਿਗੁਰੂ ਦੇ ਗਏ। ਉੱਥੇ ਕੀ ਤੱਕਦੇ ਨੇ, ਗੁਰੂ ਦਾ ਕੌਤਕ, ਇੱਕ ਮੁਰਦਾ ਪਿਆ ਹੈ। ਮਹਾਰਾਜ ਜੀ ਕਹਿੰਦੇ ਭਾਈ ਲਹਿਣਿਆ ਮੁਰਦੇ ਨੂੰ ਖਾ। ਬੈਠ ਜਾਂਦੇ ਨੇ। ਮਹਾਰਾਜ ਹੁਕਮ ਕਰੋ ਕਿਹੜੇ ਪਾਸਿਓਂ? ਸੱਚੇ ਪਾਤਸ਼ਾਹ ਜੀ ਕਹਿੰਦੇ ਬਸਤਰ ਚੱਕ ਇੱਕ ਪਾਸਿਓਂ ਸਾਰਾ ਹੀ ਖਾ ਜਾ। ਜਦ ਬਸਤਰ ਚੱਕਦੇ ਹੈ, ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਹੁੰਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਿਦਕ ਵੇਖ ਕੇ ਅਤੇ ਭਾਈ ਲਹਿਣੇ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਸਰੀਰ ਦੇ ਅੰਗਾਂ ਦੇ ਨਾਲ ਲਾ ਕਰਕੇ ਕਹਿੰਦੇ ਅੱਜ ਤੋਂ ਤੂੰ ਲਹਿਣਾ ਨਹੀਂ, ਅੱਜ ਤੋਂ ਅੰਗਦ ਹੈ। ਮਹਾਰਾਜ ਸੱਚੇ ਪਾਤਸ਼ਾਹ
ਧਰਮਸ਼ਾਲਾ ਦੇ ਵਿੱਚ ਵਾਪਸ ਆਉਂਦੇ ਹੈ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਲਹਿਣੇ ਨੂੰ ਗੁਰਿਆਈ ਬਖਸ਼ਦੇ ਹੈ। ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਨੂੰ ਮਹਾਰਾਜ ਨੇ ਗੁਰਤਾ ਗੱਦੀ ਨਹੀਂ ਬਖਸ਼ੀ। ਪੁੱਤਰੀ ਕੌਲ ਨਾ ਪਾਲਿਓ, ਕਿਉਂਕਿ ਪੁੱਤਰਾਂ ਨੇ ਕੌਲ ਬਚਨ ਨਹੀਂ ਸਤਿਗੁਰੂ ਦਾ ਪਾਲਿਆ। ਸੱਚੇ ਪਾਤਸ਼ਾਹ ਜੀ ਜਦ ਗੁਰਿਆਈ ਦੇਣ ਲੱਗਦੇ ਹੈ, ਬਾਬਾ ਬੁੱਢਾ ਸਾਹਿਬ ਜੀ ਗੁਰਿਆਈ ਦਾ ਤਿਲਕ ਦਿੰਦੇ ਹੈ। ਮਹਾਰਾਜ ਜੀ 5 ਪੈਸੇ ਨਾਰੀਅਲ ਰੱਖਦੇ ਹੈ, ਪਰਿਕਰਮਾ ਕਰਦੇ ਹੈ ਔਰ ਹੁਕਮ ਕਰਦੇ ਹੈ, ਗੁਰੂ ਅੰਗਦ ਦੇਵ ਜੀ ਨੂੰ ਸਾਡਾ ਰੂਪ ਜਾਣਨਾ। ਸਾਡੇ ਵਿੱਚ ਤੇ ਇਹਨਾਂ ਵਿੱਚ ਕੋਈ ਭੇਦ ਨਹੀਂ ਹੈ। ਮਾਤਾ ਸੁਲੱਖਣੀ ਜੀ ਸਤਿਗੁਰੂ ਨੂੰ ਕਹਿੰਦੇ, ਮਹਾਰਾਜ ਤੁਸੀਂ ਸੇਵਕ ਨੂੰ ਵਡਿਆਈ ਬਖਸ਼ਣ ਲੱਗੇ ਹੋ, ਤੁਹਾਡੇ ਪੁੱਤਰ ਕੀ ਖਾਣਗੇ? ਸੱਚੇ ਪਾਤਸ਼ਾਹ ਕਿਵੇਂ ਗੁਜ਼ਾਰਾ ਹੋਵੇਗਾ ਇਹਨਾਂ ਦਾ? ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਸੀ, ਗੁਰੂ ਕਰਕੇ ਜੇ ਹੈ ਸੁਆਨਾ, ਤਿਨ ਕੋ ਪੂਜੇ ਜਗਤ ਮਹਾਨਾ। ਮਹਾਰਾਜ ਕਹਿੰਦੇ ਗੁਰੂ ਘਰ ਦੇ ਤਾਂ ਕੂਕਰ ਵੀ ਪੂਜੇ ਜਾਂਦੇ ਨੇ, ਸਤਿਕਾਰੇ ਜਾਂਦੇ ਨੇ। ਸ਼੍ਰੀ ਚੰਦ ਤੇ ਲਖਮੀ ਦਾਸ ਇਹ ਤਾਂ ਗੁਰੂ ਦੇ ਸਪੁੱਤਰ ਹਨ, ਸਾਰੇ ਇਹਨਾਂ ਦਾ ਸਤਿਕਾਰ ਕਰਨਗੇ। ਕਿਸੇ ਚੀਜ਼ ਦੀ ਕੋਈ ਤੋਟ ਕੋਈ ਕਮੀ ਨਹੀਂ ਆਵੇਗੀ। ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਬਣਾ ਕੇ ਗੁਰਿਆਈ ਗੁਰੂ ਨਾਨਕ ਸਾਹਿਬ ਨੇ ਆਪ ਬਖਸ਼ਿਸ਼ ਕੀਤੀ। ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ ਨੇ, ਥਾਪਿਆ ਲਹਿਣਾ ਜੀਵਦੇ, ਆਪਣੇ ਜਿਉਂਦੇ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਬਣਾ ਕੇ ਗੁਰਿਆਈ ਤੇ ਸਥਾਪਿਤ ਕਰ ਦਿੱਤਾ। ਗੁਰਿਆਈ ਸਿਰ ਛਤਰ ਫਿਰਾਇਆ, ਗੁਰਤਾ ਗੱਦੀ ਦਾ ਛਤਰ ਭਾਈ ਲਹਿਣੇ ਦੇ ਸੀਸ ਦੇ ਉੱਤੇ ਮਹਾਰਾਜ ਨੇ ਫਿਰਾ ਦਿੱਤਾ। ਜੋਤੀ ਜੋਤ ਮਿਲਾਏ ਕੈ, ਸਤਿਗੁਰ ਨਾਨਕ ਰੂਪ ਵਟਾਇਆ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜੋਤ ਗੁਰੂ ਅੰਗਦ ਦੇਵ ਜੀ ਦੀ ਜੋਤ ਵਿੱਚ ਮਿਲਾ ਦਿੱਤੀ। ਸਤਿਗੁਰ ਨਾਨਕ ਰੂਪ ਵਟਾਇਆ। ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਰੂਪ ਵਟਾ ਕੇ ਗੁਰੂ ਅੰਗਦ ਦੇਵ ਜੀ ਵਾਲਾ ਧਾਰਨ ਕਰ ਲਿਆ। ਜੋਤ ਓਹਾ ਜੁਗਤ ਸਾਏ ਸਹਿਕਾਇਆ, ਫੇਰ ਪਲਟੀ ਹੈ। ਉਹੀ ਜੋਤ ਹੈ ਗੁਰੂ ਨਾਨਕ ਸਾਹਿਬ ਜੀ ਵਾਲੀ ਧੰਨ ਗੁਰੂ ਅੰਗਦ ਦੇਵ ਜੀ ਵਿੱਚ। ਇਉਂ ਗੁਰੂ ਨਾਨਕ ਸਾਹਿਬ ਨੇ ਆਪਣਾ ਰੂਪ ਵਟਾ ਲਿਆ, ਭਾਵ ਗੁਰੂ ਨਾਨਕ ਦੇਵ ਜੀ ਹੀ ਗੁਰੂ ਅੰਗਦ ਦੇਵ ਬਣ ਗਏ। ਲਖ ਨਾ ਕੋਈ ਸਕਈ, ਆਚਰਜ ਮਿਲ ਦਿਖਾਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਸ ਖੇਡ ਨੂੰ ਕੋਈ ਨਹੀਂ ਜਾਣ ਸਕਦਾ। ਆਚਰਜ ਦਿਖਾਇਆ। ਸੱਚੇ ਪਾਤਸ਼ਾਹ ਨੇ ਇਹ ਅਸਚਰਜ ਕੌਤਕ ਕਰਕੇ ਵਿਖਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ। ਕੋਈ ਨਹੀਂ ਜਾਣ ਸਕਿਆ। ਐਸੀ ਅਸਚਰਜਤਾ ਭਰਿਆ ਕੌਤਕ ਮਹਾਰਾਜ ਨੇ ਕੀਤਾ ਵੀ ਇਹ ਕੌਤਕ ਤੱਕ ਕੇ ਸਾਰੇ ਹੈਰਾਨ ਰਹਿ ਗਏ। ਐਸਾ ਕੌਤਕ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਲੋਕਾਂ ਨੂੰ ਵਿਖਾਇਆ। ਭਾਈ ਸੰਤੋਖ ਸਿੰਘ ਨੇ ਜਦੋਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਆਰੰਭਤਾ ਕਰਦੇ ਹੈ ਨਾ, ਵਿੱਚ ਕਰਤਾਰਪੁਰੇ ਜਗਰਾਈ, ਗੁਰੇ ਅੰਗਦ ਕੋ ਦੀਨ ਵਡਾਈ, ਅਪਨ ਕੀਨ ਸੱਚਖੰਡ ਪਿਆਨਾ, ਜੋਤ ਰੂਪ ਬਿਬਤਨ ਪਲਟਾਨਾ, ਜਿਉ ਭੂਪਤ ਇੱਕ ਪੋਸ਼ਸ਼ ਤਜ ਕੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਗੁਰਤਾ ਦੀ ਵਡਿਆਈ ਭਾਈ ਲਹਿਣੇ ਨੂੰ ਬਖਸ਼ੀ, ਗੁਰੂ ਅੰਗਦ ਦੇਵ ਬਣਾ ਦਿੱਤਾ। ਕਹਿੰਦੇ ਇਸ ਭੇਦ ਨੂੰ ਜੇ ਸਮਝਣਾ ਤਾਂ ਇਉਂ ਜਾਣੋ ਜਿਵੇਂ ਇੱਕ ਰਾਜਾ ਪਹਿਲੀ ਪੁਸ਼ਾਕ ਲਾਹ ਕੇ ਦੂਜੀ ਪੁਸ਼ਾਕ ਧਾਰਨ ਕਰ ਲੈਂਦਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਗੁਰਤਾ ਗੱਦੀ ਬਖਸ਼ ਕੇ ਸੱਚਖੰਡ ਨੂੰ ਗਏ। ਪਹਿਲੀ ਪੁਸ਼ਾਕ ਸਰੀਰ ਜਿਹੜਾ ਪਹਿਲਾ ਸੀ ਇਹ ਪੁਸ਼ਾਕ ਸੀ, ਮਹਾਰਾਜ ਨੇ ਸਰੀਰ ਬਦਲਿਆ ਹੈ। ਸਤਿਗੁਰੂ ਜੋਤ ਰੂਪ ਉਹੀ ਹਨ। ਕਾਇਆ ਪਲਟ ਸਰੂਪ ਬਣਾਇਆ। ਆਪਣਾ ਸਰੀਰ ਬਦਲ ਕੇ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਨੇ ਨਵਾਂ ਸਰੂਪ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਵਾਲਾ ਬਣਾ ਲਿਆ। ਇਉਂ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਨੇ ਇਹ ਖੇਡ ਵਰਤਾਈ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ 1539 ਈਸਵੀ ਨੂੰ ਸਤਿਗੁਰੂ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਗੁਰਿਆਈ ਬਖਸ਼ਣ ਦੀ
ਕਥਾ ਨੂੰ ਇਸ ਪੌੜੀ ਦੇ ਵਿੱਚ ਬਿਆਨ ਕੀਤਾ ਹੈ। ਸਾਧ ਸੰਗਤ ਅੱਜ